KPS ਐਨੂਅਲ ਕਲਾਸ ਦੇ ਵਿਦਿਆਰਥੀਆਂ ਦੇ ਲਈ ਜਿਹੜਾ ਪਿਛਲੀ ਵੀਡੀਓ ਸੀ ਉਹਦੇ ਵਿੱਚ ਤੁਹਾਨੂੰ ਬੇਟਾ ਨਾਟਕ ਅਤੇ ਇਕਾਂਗੀ ਦੇ ਫਰਕ ਬਾਰੇ ਦੱਸਿਆ ਸੀ। ਅਤੇ ਹੁਣ ਇਕਾਂਗੀ ਦੇ ਜਿਹੜੇ ਕੁਝ ਖਾਸ ਤੱਤ ਲੱਛਣ ਨੇ ਕਿ ਕੋਈ ਇਕਾਂਗੀ ਕਿਵੇਂ ਵਧੀਆ ਹੋ ਸਕਦਾ ਹੈ। ਉਹਦੇ ਵਿੱਚ ਸਭ ਤੋਂ ਪਹਿਲੀ ਇੰਪੋਰਟੈਂਟ ਗੱਲ ਇਹ ਹੈ ਕਿ ਜਿਹੜਾ ਬਹੁਤ ਹੀ ਵਧੀਆ ਇਕਾਂਗੀ ਜਾਂ ਸਕਸੈਸ ਹੁੰਦਾ ਹੈ ਇਕਾਂਗੀ, ਉਹਦੇ ਵਿੱਚ ਸ਼ਕਤੀਸ਼ਾਲੀ ਜਿਹੜੀ ਹੈ ਨਾਟਕੀ ਟੱਕਰ 'ਤੇ ਉਹ ਕੇਂਦਰਿਤ ਹੁੰਦਾ ਹੈ। ਜਿਵੇਂ ਤੁਸੀਂ ਡਾਕਟਰ ਅਮਰੀਕ ਸਿੰਘ ਦਾ ਇਕਾਂਗੀ ਪੜ੍ਹਿਆ ਅੱਖ ਅੱਗੇ ਕੱਖ, ਉਹਦੇ ਵਿੱਚ ਜਿਹੜਾ DC ਹੂਜਾ ਹੈ ਅਤੇ ਉਹਦਾ ਜਿਹੜਾ ਸੁਪਰਡੈਂਟ ਹੈ ਰਾਮ ਪ੍ਰਸਾਦ, ਇਹਨਾਂ ਦੋਨਾਂ ਦੇ ਵਿਚਕਾਰ ਆਪਣੇ ਆਫਿਸ ਦੇ ਵਿੱਚ ਜਿਹੜੀ ਯੋਗ ਬੰਦੇ ਦੀ ਚੋਣ 'ਤੇ ਕੇਂਦਰਿਤ ਹੁੰਦਾ ਹੈ ਸਾਰਾ ਕੁਛ, ਹੈ ਨਾ। ਹੂਜਾ ਸਾਹਿਬ ਚਾਹੁੰਦੇ ਨੇ ਕਿ ਫੈਸਲਾ ਜਿਹੜਾ ਹੈ ਉਹ ਸੀਨੀਅਰਿਟੀ ਦੇ ਆਧਾਰ 'ਤੇ ਹੋਵੇ ਅਤੇ ਜਿਹੜੀ ਤਰੱਕੀ ਹੈ ਮਨਚੰਦੇ ਨੂੰ ਮਿਲੇ। ਪਰੰਤੂ ਜਿਹੜਾ ਰਾਮ ਪ੍ਰਸਾਦ ਸੁਪਰਡੈਂਟ ਹੈ ਉਹ ਕਹਿੰਦਾ ਕਿ ਮਨਚੰਦੇ ਦੇ ਸਿਰਫ 2 ਕੁ ਸਾਲ ਰਹਿੰਦੇ ਨੇ ਅਤੇ ਉਹਦੀ ਥਾਂ 'ਤੇ ਇਸ ਲਈ ਤਰੱਕੀ ਜਿਹੜੀ ਹੈ ਉਹ ਰਾਮ ਸਰੂਪ ਨੂੰ ਦਿੱਤੀ ਜਾਵੇ। ਸਾਰੇ ਨਾਟਕ ਦੇ ਵਿੱਚ ਇਹ ਨਾਟਕੀ ਟੱਕਰ ਕਾਇਮ ਰਹਿੰਦੀ ਹੈ ਨਾ। ਸਮਝ ਨਹੀਂ ਆਉਂਦੀ ਕਿ ਕਿਹਨੂੰ ਮਿਲੇਗੀ, ਸੀਨੀਅਰਿਟੀ ਦੇ ਬੇਸ 'ਤੇ ਮਿਲੇਗੀ, DC ਸਾਹਿਬ ਜੋ ਸੋਚਦੇ ਨੇ ਉਹਦੇ ਬਿਹਾਫ 'ਤੇ ਮਿਲੇਗੀ, ਜਾਂ ਜੋ ਸੁਪਰਡੈਂਟ ਸੋਚਦਾ ਹੈ। ਇਸੇ ਤਰ੍ਹਾਂ ਔਲਖ ਅਜਮੇਰ ਔਲਖ ਦਾ ਲਿਖਿਆ ਇਕਾਂਗੀ ਜਿਹੜਾ ਬ੍ਰਹਮ ਭੋਜ ਹੈ, ਉਹਦੇ ਵਿੱਚ ਵੀ ਨਾਟਕੀ ਟੱਕਰ ਜਿਹੜੀ ਉਹ ਇਸ ਗੱਲ 'ਤੇ ਕੇਂਦਰਿਤ ਰਹਿੰਦੀ ਹੈ ਕਿ ਭਾਈ ਲਾਲੋ ਜਿਹੜਾ ਨਿਤਾਣਾ ਜਿਹਾ ਵਿਚਾਰਾ ਕਿਰਤੀ ਹੈ, ਉਹ ਸ਼ਕਤੀਸ਼ਾਲੀ ਜਿਹੜਾ ਮਲਿਕ ਭਾਗੂ ਹੈ ਉਹਦੇ ਬ੍ਰਹਮ ਭੋਜ ਦੇ ਵਿੱਚ ਸ਼ਰੀਕ ਹੋਣ ਤੋਂ ਇਨਕਾਰ ਕਰਦਾ ਹੈ। ਅਤੇ ਜਦੋਂ ਕਰਦਾ ਹੈ ਅਤੇ ਫਿਰ ਸਾਰੇ ਇਕਾਂਗੀ ਦੇ ਵਿੱਚ ਡਰ ਬਣਿਆ ਰਹਿੰਦਾ, ਨਾਲ ਟੱਕਰ ਜਿਹੜੀ ਹੈ ਬਣੀ ਰਹਿੰਦੀ ਹੈ ਕਿ ਹੁਣ ਉਸ ਦਾ ਪਤਾ ਨਹੀਂ ਕੀ ਹਸ਼ਰ ਹੋਏਗਾ। ਅਤੇ ਇਸ ਤੋਂ ਇਲਾਵਾ ਅਗਲੀ ਗੱਲ ਜਿਹੜੀ ਹੈ ਉਹ ਲਟਕਾਓ ਦੀ ਹੈ। ਕਿਸੇ ਵੀ ਵਧੀਆ ਇਕਾਂਗੀ ਦੇ ਵਿੱਚ ਇਕਾਂਗੀਕਾਰ ਜਿਹੜਾ ਹੈ ਉਹ ਆਪਣੀ ਰਚਨਾ ਦੇ ਵਿੱਚ ਇੱਕ ਉਤਸੁਕਤਾ ਰਿਓਸਿਟੀ ਬਣਾ ਕੇ ਰੱਖਦਾ ਹੈ, ਔਰ ਇੱਕ ਰਿਓਸਿਟੀ ਜਿਹੜੀ ਹੈ ਉਤਸੁਕਤਾ ਜਿਹੜੀ ਹੈ ਉਹ ਅੰਤ ਤੱਕ ਬਣੀ ਰਹਿੰਦੀ ਹੈ। ਜਿਵੇਂ ਅੱਖ ਅੱਗੇ ਕੱਖ ਇਕਾਂਗੀ ਦੇ ਵਿੱਚ ਆਪਾਂ ਜਦੋਂ ਇਹਨੂੰ ਵੇਖਦੇ ਹਾਂ ਅਤੇ ਇਹ ਗੱਲ ਸਪਸ਼ਟ ਹੋ ਜਾਂਦੀ ਹੈ, ਸਾਨੂੰ ਪਤਾ ਨਹੀਂ ਲੱਗਦਾ ਵੀ ਸੀਨੀਅਰਿਟੀ ਜਿਹੜੀ ਤਰੱਕੀ ਹੈ ਉਹ ਕਿਸ ਨੂੰ ਮਿਲੇਗੀ, ਹੈ ਨਾ। ਅਤੇ ਦੂਜਾ ਵਿਆਹ ਇੱਕ ਇਕਾਂਗੀ ਹੈ, ਉਹਦੇ ਵਿੱਚ ਵੀ ਜਿਹੜੀ ਨਿਹਾਲ ਕੌਰ ਹੈ ਉਸਨੂੰ ਜਦੋਂ ਉਸਦੇ ਜਵਾਈ ਦੀ ਚਿੱਠੀ ਦਾ ਅਸਲੀ ਰਾਜ ਅਤੇ ਨੂੰਹ ਸੱਸ ਦੇ ਪੁੱਤਰ ਦੇ ਰਿਸ਼ਤੇ ਵਿਚਲੇ ਸੰਬੰਧਾਂ ਬਾਰੇ ਬਹੁਤ ਕੁਝ ਅੰਤ ਤੱਕ ਦਰਸ਼ਕਾਂ ਨੂੰ ਅਚੰਭਿਤ ਹੀ ਕਰਕੇ ਰੱਖਦਾ ਹੈ। ਅਪਰਿਚਿਤ ਰਹਿੰਦੇ ਨੇ ਦਰਸ਼ਕ, ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਇਹ ਸਾਰੀ ਗੇਮ ਕੌਣ ਖੇਡ ਰਿਹਾ, ਕਿ ਜਿਹੜੀ ਉਸਦੇ ਜਵਾਈ ਦੀ ਚਿੱਠੀ ਆਉਂਦੀ ਹੈ ਉਹ ਕਿਸ ਪਰਪਸ ਲਈ ਆਉਂਦੀ ਹੈ, ਔਰ ਇਸ ਨਾਲ ਉਹਨਾਂ ਦੀ ਉਤਸੁਕਤਾ ਜਿਹੜੀ ਹੈ ਉਸ ਇਕਾਂਗੀ ਦੇ ਵਿੱਚ ਬਣੀ ਰਹਿੰਦੀ ਹੈ। ਇਸ ਤੋਂ ਇਲਾਵਾ ਵਧੀਆ ਇਕਾਂਗੀ ਦੇ ਵਿੱਚ ਕੁਝ ਨਾ ਕੁਝ ਅਜਿਹੇ ਅੰਸ਼ ਜ਼ਰੂਰ ਹੁੰਦੇ ਨੇ ਜੋ ਸਧਾਰਨ ਨਾ ਹੋ ਕੇ ਬੜੇ ਅਸਾਧਾਰਨ ਹੁੰਦੇ ਨੇ, ਅਤੇ ਉਹਨਾਂ ਨੂੰ ਪੜ੍ਹ ਕੇ ਮਨੁੱਖ ਜਿਹੜਾ ਉਹ ਹੈਰਾਨ ਵੀ ਹੁੰਦਾ ਹੈ, ਚੌਂਕਦਾ ਵੀ ਹੈ। ਜਿਵੇਂ ਕੁੱਤਾ ਅਤੇ ਮਨੁੱਖ ਇਸ ਇਕਾਂਗੀ ਹੈ ਇਸ ਪੁਸਤਕ ਦੇ ਵਿੱਚ, ਉਹਦੇ ਵਿੱਚ ਪਾਂਡੇ ਜੀ ਨਾਂ ਦਾ ਜਿਹੜਾ ਪਾਤਰ ਹੈ ਉਹ ਕਹਿੰਦਾ ਹੈ ਕਿ ਅਸੀਂ ਜਿਸ ਮਾਧਵ ਜੀ ਦੀ ਜਾਇਦਾਦ ਦੀ ਵੰਡ ਅਤੇ ਉਪਯੋਗ ਬਾਰੇ ਫੈਸਲਾ ਕਰਨ ਜੁੜੇ ਹਾਂ, ਉਸ ਦੇ ਮਾਲਕ ਨੇ ਆਪਣੀ ਇੱਕ ਕਹਾਣੀ ਵਿੱਚ ਆਪਣੀ ਸਾਰੀ ਸੰਪਤੀ ਸ਼ਹਿਰ ਦੇ ਕੁੱਤਿਆਂ ਦੇ ਨਾਂ ਕਰਨ ਲਈ ਕਿਹਾ ਹੈ। ਔਰ ਇਕਾਂਗੀ ਦਾ ਜਿਹੜਾ ਅਗਲਾ ਹਿੱਸਾ ਹੈ ਇਸੇ ਹੈਰਾਨੀ ਭਰੇ ਅੰਸ਼ ਦਾ ਵਿਸਤਾਰ ਹੈ। ਸੋ ਇਸੇ ਤਰ੍ਹਾਂ ਜਿਹੜੀ ਬੇਬੇ ਰਾਮ ਭਜਨੀ ਇਕਾਂਗੀ ਹੈ, ਉਹਦੇ ਵਿੱਚ ਬੇਬੇ ਜਿਹੜੀ ਹੈ ਉਹ ਸਭ ਕੁਝ ਪਾਂਧੇ ਨੂੰ ਇਸ ਆਸ ਦੇ ਨਾਲ ਦਾਨ ਕਰ ਦਿੰਦੀ ਹੈ ਕਿ ਉਸ ਦਾ ਸਭ ਕੁਝ ਧਰਮ ਦੇ ਲੇਖੇ ਲੱਗ ਰਿਹਾ ਹੈ ਨਾ, ਉਸ ਦਾ ਅੱਗਾ ਜਿਹੜਾ ਹੈ ਉਹ ਇਸ ਦੇ ਨਾਲ ਸਵਰ ਜਾਏਗਾ। ਪਰੰਤੂ ਜਦੋਂ ਉਹਨੂੰ ਪਤਾ ਲੱਗਦਾ ਹੈ ਕਿ ਦਾਨ ਲੈਣ ਵਾਲੇ ਉਸੇ ਪਾਂਧੇ ਦਾ ਪੁੱਤਰ ਉਸਦੇ ਸ਼ਰਾਬੀ ਅਤੇ ਜੁਆਰੀਏ ਪਤੀ ਸ਼ਾਮਦਾਸ ਦਾ ਚਾਰੇ ਜਿਹੜੇ ਨੇ ਉਹ ਸਾਰੇ ਸਾਥੀ ਨੇ, ਮਤਲਬ ਜਿਨ੍ਹਾਂ ਨੂੰ ਦਾਨ ਕਰਦੀ ਪਈ ਹੈ ਉਹਦੇ ਨਾਲ ਹੀ ਉਸਦਾ ਪੁੱਤਰ ਉਸਦਾ ਪਤੀ, ਤਾਂ ਉਸਨੂੰ ਬੜਾ ਧੱਕਾ ਲੱਗਦਾ ਹੈ ਔਰ ਦਰਸ਼ਕ ਵੀ ਜਿਹੜੇ ਨੇ ਬੜੇ ਹੈਰਾਨ ਹੁੰਦੇ ਨੇ। ਅਤੇ ਜਿਹੜਾ ਇੱਕ ਹੋਰ ਵਧੀਆ ਇਕਾਂਗੀ ਦੀ ਗੱਲ ਇਹ ਹੁੰਦੀ ਹੈ ਕਿ ਉਹਦੇ ਵਿੱਚ ਮਨੋ ਅਵਸਥਾ ਦਾ ਵਿਸ਼ਲੇਸ਼ਣ ਹੁੰਦਾ ਹੈ। ਵਧੀਆ ਇਕਾਂਗੀ ਜਿਹੜਾ ਉਹ ਆਪਣੇ ਪਾਤਰਾਂ ਦੇ ਬਾਹਰਲੇ ਵਿਵਹਾਰ 'ਤੇ ਕੇਂਦਰਿਤ ਨਹੀਂ ਹੁੰਦਾ, ਸਗੋਂ ਉਹਨਾਂ ਦੇ ਮਨ ਅੰਦਰ ਕਿਹੜੇ ਉਤਰਾਅ ਚੜ੍ਹਾਅ ਸੰਘਰਸ਼ ਕੀ ਚੱਲ ਰਿਹਾ ਹੈ ਉਹਦੀ ਜਾਣਕਾਰੀ ਵੀ ਸਾਨੂੰ ਕਰਾਉਂਦਾ ਹੈ। ਇਸ ਦੀ ਬਹੁਤ ਵਧੀਆ ਉਦਾਹਰਨ ਤੁਹਾਡੇ ਸਿਲੇਬਸ ਦਾ ਇਕਾਂਗੀ ਦੂਜਾ ਵਿਆਹ ਦੇ ਵਿੱਚੋਂ ਲਈ ਜਾ ਸਕਦੀ ਹੈ ਕਿ ਨਿਹਾਲ ਕੌਰ ਅਤੇ ਮਨਜੀਤ ਕੌਰ ਦੇ ਮਨ ਦੀ ਅਵਸਥਾ ਦਾ ਜੋ ਪਲ ਪਲ 'ਤੇ ਬਦਲਦੀ ਹੈ ਨਾ, ਅਤੇ ਉਹ ਦਰਸ਼ਕ ਨੂੰ ਆਪਣੇ ਨਾਲ ਤੋਰੀ ਰੱਖਦਾ। ਇਸੇ ਤਰ੍ਹਾਂ ਅੱਖ ਅੱਗੇ ਕੱਖ ਇਕਾਂਗੀ ਦੇ ਵਿੱਚ ਵੀ ਹੁੰਦਾ ਹੈ। ਔਰ ਆਮ ਤੌਰ 'ਤੇ ਕਿਸੇ ਵੀ ਇਕਾਂਗੀ ਦੀ ਨਿਰਖ ਪਰਖ ਸਮੇਂ ਉਹਦੇ 3-4 ਸੰਕੇਤ ਜਿਹੜੇ ਨੇ ਉਹ ਵਰਤੇ ਜਾਂਦੇ ਨੇ। ਉਹ ਸੰਕੇਤ ਖਾਸ ਤੌਰ 'ਤੇ ਹੈਗੇ ਨੇ ਉਦੇਸ਼, ਕਥਾਨਕ ਅਤੇ ਕਾਰਜ।
ਹਰ ਇਕਾਂਗੀ ਦਾ ਬੇਟਾ ਕੋਈ ਨਾ ਕੋਈ ਉਦੇਸ਼ ਜ਼ਰੂਰ ਹੁੰਦਾ ਹੈ। ਔਰ ਜਿਵੇਂ ਸਾਡੇ ਕੋਲ ਬ੍ਰਹਮ ਭੋਜ ਹੈ, ਬੇਬੇ ਰਾਮ ਭਜਨੀ ਹੈ, ਇਹਨਾਂ ਦਾ ਵਿਸ਼ਾ ਦਾਨ ਨਾਲ ਸੰਬੰਧਿਤ ਹੈ। ਦੂਜਾ ਵਿਆਹ ਜਿਹੜਾ ਉਹ ਘਰੇਲੂ ਪਰਿਵਾਰਕ ਨੂੰਹ ਸੱਸ ਦੇ ਰਿਸ਼ਤੇ ਨਾਲ ਸੰਬੰਧਿਤ ਹੈ। ਅਤੇ ਜਿਹੜਾ ਅੱਖ ਅੱਗੇ ਕੱਖ ਹੈ ਉਸਦਾ ਵਿਸ਼ਾ ਜਿਹੜਾ ਮਨੁੱਖੀ ਸੰਬੰਧਾਂ ਨਾਲ ਹੈ। ਅਤੇ ਕੁੱਤਾ ਅਤੇ ਮਨੁੱਖ ਜਿਹੜਾ ਇਕਾਂਗੀ ਹੈ ਉਹ ਬੜਾ ਖੁਦਗਰਜ਼ੀ ਨਾਲ ਸੰਬੰਧਿਤ ਹੈ। ਭਾਵੇਂ ਵਿਸ਼ਾ ਸਾਰਾ ਕੁਛ ਨਹੀਂ ਹੁੰਦਾ, ਪਰ ਕਿਸੇ ਵੀ ਇਕਾਂਗੀ ਦਾ ਜਿਹੜਾ ਖਾਸ ਮੁੱਲ ਹੈ ਉਹ ਆਪਣੇ ਵਿਸ਼ੇ ਦੇ ਨਾਲ ਜੁੜਿਆ ਹੁੰਦਾ ਹੈ। ਠੀਕ ਹੈ, ਇਸ ਨੂੰ ਅਸੀਂ ਉਦੇਸ਼ ਵੀ ਕਹਿ ਦਿੰਦੇ ਹਾਂ। ਔਰ ਕਿਸ ਉਦੇਸ਼ ਦੀ ਪੂਰਤੀ ਲਈ ਇਕਾਂਗੀ ਕਰਨੀ, ਉਹ ਇਕਾਂਗੀ ਲਿਖਿਆ ਹੈ। ਔਰ ਇਸ ਤੋਂ ਇਲਾਵਾ ਇਕਾਂਗੀ ਦੇ ਵਿੱਚ ਘਟਨਾਵਾਂ ਦੀ ਬੇਟਾ ਇੱਕ ਲੜੀ ਹੁੰਦੀ ਹੈ ਜਿਹਨੂੰ ਅਸੀਂ ਕਥਾਨਕ ਕਹਿੰਦੇ ਹਾਂ। ਔਰ ਕਥਾਨਕ ਨੂੰ ਬੜੇ ਕਲਾਮਈ ਢੰਗ ਨਾਲ ਪੇਸ਼ ਕਰਨ ਦਾ ਜਿਹੜਾ ਤਰੀਕਾ ਹੈ ਉਹ ਉਸ ਨੂੰ ਬਹੁਤ ਦਿਲਚਸਪ ਬਣਾਉਂਦਾ ਹੈ। ਇਸੇ ਤਰ੍ਹਾਂ ਜਿਹੜੀਆਂ ਘਟਨਾਵਾਂ ਦੀ ਲੜੀ ਹੈ ਉਹ ਇੱਕ ਤੋਂ ਬਾਅਦ ਦੂਜੀ ਤੋਂ ਬਾਅਦ ਇੱਕ ਸੀਕੁਐਂਸ ਦੇ ਵਿੱਚ ਚੱਲਦੀਆਂ ਨੇ। ਸੋ ਇਕਾਂਗੀ ਦੇ ਵਿੱਚ ਕਾਰਜ ਬਹੁਤ ਹੀ ਮਹੱਤਵਪੂਰਨ ਹੈ। ਔਰ ਕਿਸੇ ਵੀ ਵਧੀਆ ਇਕਾਂਗੀ ਦੇ ਵਿੱਚ ਸਿਰਫ ਗੱਲਬਾਤ ਦੇ ਆਸਰੇ ਨਹੀਂ, ਸਗੋਂ ਇਕਾਂਗੀ ਜਿਹੜਾ ਹਮੇਸ਼ਾ ਘਟਨਾਵਾਂ ਦੇ ਆਸਰੇ ਅੱਗੇ ਤੁਰਦਾ ਹੈ। ਔਰ ਇਕਾਂਗੀ ਜਿਹੜੀ ਹੈ ਉਹ ਕਿਉਂਕਿ ਸਾਨੂੰ ਪਤਾ ਹੈ ਕਿ ਬੜੀ ਇੰਪੋਰਟੈਂਟ ਗੱਲ ਹੈ ਕਿ ਇਕਾਂਗੀ ਮਨੁੱਖਾਂ ਦੀ ਕੇਵਲ ਨਕਲ ਨਹੀਂ, ਇਹ ਉਹਨਾਂ ਨਾਲ ਜੁੜੀਆਂ ਕਾਰਜ ਭਰਪੂਰ ਘਟਨਾਵਾਂ ਦੀ ਨਕਲ ਹੈ। ਮਨੁੱਖਾਂ ਦੀ ਨਕਲ ਨਹੀਂ ਹੁੰਦੀ, ਮਨੁੱਖਾਂ ਦੇ ਕਾਰਜ ਦੀ ਨਕਲ ਹੈ। ਸੋ ਕਾਰਜ ਦੀ ਭਰਪੂਰਤਾ ਵਾਲਾ ਜਿਹੜਾ ਇਕਾਂਗੀ ਹੈ ਉਹ ਹਮੇਸ਼ਾ ਸਫਲ ਵੀ ਹੁੰਦਾ ਹੈ। ਔਰ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਬਹੁਤ ਸਾਰੇ ਜਿਹੜੇ ਇਕਾਂਗੀ ਨੇ ਪੰਜਾਬੀ ਸਾਹਿਤ ਦੇ ਵਿੱਚ, ਇਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੈ ਕਿ ਹੁਣ ਤੱਕ 5 ਪੀੜ੍ਹੀਆਂ ਦੇ ਵਿੱਚ ਨਾਟਕ ਅਤੇ ਇਕਾਂਗੀ ਜਿਹੜੇ ਨੇ ਉਹ ਲਿਖੇ ਜਾ ਚੁੱਕੇ ਨੇ। ਆਈਸੀ ਨੰਦਾ ਤੋਂ ਸ਼ੁਰੂ ਹੋਈ ਇਹ ਪਰੰਪਰਾ ਹੁਣ ਬਹੁਤ ਇੱਕ ਭਰਵੇਂ ਰੂਪ ਦੇ ਵਿੱਚ ਸਾਡੇ ਸਾਹਮਣੇ ਸਥਾਪਿਤ ਹੋ ਚੁੱਕੀ ਹੈ। ਸੋ ਇਸ ਤਰ੍ਹਾਂ ਇਹ ਇਕਾਂਗੀ ਨਾਲ ਜੁੜੀਆਂ ਹੋਈਆਂ ਕੁਝ ਬਹੁਤ ਇੰਪੋਰਟੈਂਟ ਗੱਲਾਂ ਸਨ ਜਿਨ੍ਹਾਂ ਦੇ ਬਾਰੇ ਤੁਹਾਨੂੰ ਪੇਪਰ ਦੇ ਵਿੱਚ ਕੁਐਸਚਨ ਆਏ ਤਾਂ ਤੁਸੀਂ ਇਹ ਸਾਰੇ ਇੰਪੋਰਟੈਂਟ ਪੁਆਇੰਟ ਜਿਹੜੇ ਨੇ ਉਹ ਨੋਟ ਕਰ ਸਕਦੇ ਹੋ। ਬਹੁਤ ਸ਼ੁਕਰੀਆ।